ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 19 ਅਪ੍ਰੈਲ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਫੌਕਸ ਨਿਊਜ਼ ਨੇ ਅਸੌਲਟ ਚਾਰਜਸ ਤੋਂ ਬਾਅਦ ਦੇ ਵਿੱਚ ਬਿਲ ਓ'ਰਾਇਲੀ ਨੂੰ ਹਟਾਇਆ। US ਆਰਮੀ ਦੇ 64 ਜਵਾਨ ਕੋਕੇਨ ਡਰੱਗ ਰੈਕਟ ਦੇ ਵਿੱਚ ਫਸੇ। ਡ੍ਰੀਮਰ ਪਾਲਿਸੀ ਦੇ ਤਹਿਤ ਸੁਰੱਖਿਅਤ ਇੱਕ ਇਮੀਗ੍ਰੈਂਟ ਨੂੰ DHS ਨੇ ਕੀਤਾ ਡਿਪੋਰਟ। ਵੈਨਜ਼ੂਏਲਾ ਦੇ ਵਿੱਚ ਐਂਟੀ ਗਵਰਨਮੈਂਟ ਮਾਰਚਸ, 2 ਲੋਕਾਂ ਦੀ ਮੌਤ। ਸੈਨ ਹੋਜ਼ੇ ਸਿਟੀ ਦੇ ਵਿੱਚ ਨਵਾਂ ਟੈਨੈਂਟ ਲਾਅ ਹੋਇਆ ਪਾਸ। ਅਤੇ ਸਾਬਕਾ NFL ਖਿਡਾਰੀ ਨੇ ਜੇਲ੍ਹ 'ਚ ਦਿੱਤੀ ਆਪਣੀ ਜਾਨ। ਹੁਣ ਖਬਰਾਂ ਵਿਸਥਾਰ ਦੇ ਨਾਲ। ਫੌਕਸ ਨਿਊਜ਼ ਦੇ ਸਟਾਰ ਐਂਕਰ ਬਿਲ ਓ'ਰਾਇਲੀ ਨੂੰ ਫੌਕਸ ਨੇ ਸੈਕਸੁਅਲ ਹਰਾਸਮੈਂਟ ਚਾਰਜਸ ਲੱਗਣ ਤੋਂ ਬਾਅਦ ਦੇ ਵਿੱਚ ਹਟਾ ਦਿੱਤਾ। ਫੌਕਸ ਨਿਊਜ਼ ਚੈਨਲ ਨੇ ਅੱਜ ਇਹ ਖਬਰ ਕਨਫਰਮ ਕਰਦੇ ਹੋਏ ਕਿਹਾ ਕਿ ਸਾਰੇ ਮਾਮਲੇ ਦੇ ਉੱਤੇ ਕੇਅਰਫੁਲੀ ਰਿਵਿਊ ਕਰਨ ਤੋਂ ਬਾਅਦ ਦੇ ਵਿੱਚ ਕੰਪਨੀ ਅਤੇ ਬਿਲ ਓ'ਰਾਇਲੀ ਦੋਨਾਂ ਨੇ ਮਿਊਚੁਅਲੀ ਡਿਸਾਈਡ ਕੀਤਾ ਹੈ ਅਤੇ ਇਸ ਗੱਲ ਦੇ ਉੱਤੇ ਅਗਰੀ ਕੀਤਾ ਹੈ ਕਿ ਬਿਲ ਓ'ਰਾਇਲੀ ਹੁਣ ਫੌਕਸ ਨਿਊਜ਼ ਚੈਨਲ ਤੇ ਨਹੀਂ ਆਉਣਗੇ। US ਟੈਲੀਵਿਜ਼ਨ ਦੇ ਵਿੱਚ ਸਭ ਤੋਂ ਪਪੂਲਰ ਕਮੈਂਟੇਟਰ ਤੌਰ ਦੇ ਉੱਤੇ ਜਾਣੇ ਜਾਣ ਵਾਲੇ ਬਿਲ ਓ'ਰਾਇਲੀ ਦਾ ਜਦੋਂ ਤੋਂ ਇਹ ਸੈਕਸੁਅਲ ਹਰਾਸਮੈਂਟ ਵਾਲਾ ਕੇਸ ਸਾਹਮਣੇ ਆਇਆ ਸੀ ਤਾਂ ਉਸ ਦੇ ਸ਼ੋਅ ਦੇ ਐਡਵਰਟਾਈਜ਼ਰ ਉਸ ਤੋਂ ਦੂਰ ਜਾਣ ਲੱਗ ਗਏ ਸਨ। 21st ਸੈਂਚੁਰੀ ਫੌਕਸ ਦੇ ਚੇਅਰਮੈਨ ਨੇ ਕਿਹਾ ਹੈ ਕਿ ਕੰਪਨੀ ਲਗਾਤਾਰ ਕੰਪਨੀ ਦੇ ਅੰਦਰ ਇੰਪਲਾਈਜ਼ ਦਾ ਇਨਵਾਇਰਮੈਂਟ ਅਤੇ ਉਹਨਾਂ ਦੀਆਂ ਵੈਲਿਊਜ਼ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਆਪਣੀ ਇੰਪਲਾਈਜ਼ ਦੀ ਵੈਲਿਊਜ਼ ਦੇ ਉੱਤੇ ਟਰਸਟ ਅਤੇ ਰਿਸਪੈਕਟ ਕਰਦੀ ਹੈ ਤੇ ਜੇਕਰ ਕਿਸੇ ਵੀ ਇੰਪਲਾਈ ਨਾਲ ਧੱਕਾ ਹੁੰਦਾ ਹੈ ਤਾਂ ਇਸ ਦੇ ਉੱਤੇ ਗੌਰ ਦੇ ਨਾਲ ਦੇਖਿਆ ਜਾਂਦਾ ਹੈ। ਬਿਲ ਓ'ਰਾਇਲੀ 11 ਅਪ੍ਰੈਲ ਤੋਂ ਆਫ 에ਅਰ ਸਨ ਅਤੇ ਕੋਈ ਵੀ ਸ਼ੋਅ ਉਹਨਾਂ ਦਾ ਫੌਕਸ ਦੇ ਉੱਤੇ ਨਹੀਂ ਆ ਰਿਹਾ ਸੀ। ਬਿਲ ਓ'ਰਾਇਲੀ ਨੇ ਫੌਕਸ ਤੋਂ ਵਿਦਾ ਲੈਂਦੇ ਹੋਏ ਕਿਹਾ ਕਿ ਉਹ ਬਹੁਤ ਮਾਣ ਮਹਿਸੂਸ ਕਰਦੇ ਹਨ ਕਿ ਉਹਨਾਂ ਨੇ ਫੌਕਸ ਦੇ ਨਾਲ ਇੰਨਾ ਲੰਬਾ ਕੰਮ ਕੀਤਾ ਤੇ ਇਸ ਕਾਮਯਾਬੀ ਤੇ ਪਹੁੰਚੇ। ਹਾਲਾਂਕਿ ਉਹਨਾਂ ਨੇ ਆਪਣੇ ਉੱਤੇ ਲੱਗੇ ਕੋਈ ਵੀ ਇਲਜ਼ਾਮ ਕਬੂਲ ਨਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਚੀਜ਼ ਦਾ ਕਾਫੀ ਦੁੱਖ ਹੈ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਫੌਕਸ ਨਿਊਜ਼ ਛੱਡ ਕੇ ਜਾਣਾ ਪੈ ਰਿਹਾ ਹੈ। ਬਿਲ ਓ'ਰਾਇਲੀ ਦਾ ਪ੍ਰਾਈਮ ਟਾਈਮ ਸ਼ੋਅ ਫੌਕਸ ਦੇ ਉੱਤੇ ਹੋਸਟ ਟਕਰ ਕਾਰਲਸਨ ਰਿਪਲੇਸ ਕਰਨਗੇ। ਇਸ ਤੋਂ ਪਹਿਲਾਂ ਉਹਨਾਂ ਦੇ ਸ਼ੋਅ ਨੇ ਦ ਕੈਲੀ ਫਾਈਲ ਨੂੰ ਰਿਪਲੇਸ ਕੀਤਾ ਸੀ, ਜੋ ਕਿ ਮੈਗਨ ਕੈਲੀ ਫੌਕਸ ਦੀ ਇੱਕ ਹੋਰ ਸਟਾਰ ਐਂਕਰ ਜੋ ਕਿ ਫੌਕਸ ਨੂੰ ਜਨਵਰੀ ਦੇ ਵਿੱਚ ਛੱਡ ਕੇ ਗਈ ਸੀ ਤੇ ਉਹਨਾਂ ਨੇ NBC ਜੁਆਇਨ ਕੀਤਾ ਸੀ। ਉਸ ਜਗ੍ਹਾ ਦੇ ਉੱਤੇ ਕਾਰਲਸਨ ਆਪਣਾ ਸ਼ੋਅ ਕਰ ਰਹੇ ਸਨ। ਨਿਊਯਾਰਕ ਟਾਈਮਜ਼ ਦੇ ਵਿੱਚ ਛਪੀ ਖਬਰ ਦੇ ਮੁਤਾਬਿਕ ਫੌਕਸ ਅਤੇ ਓ'ਰਾਇਲੀ ਨੇ ਸੈਕਸੁਅਲ ਹਰਾਸਮੈਂਟ ਕਲੇਮਜ਼ ਸੈਟਲ ਕਰਨ ਦੇ ਲਈ 5 ਮਹਿਲਾਵਾਂ ਨੂੰ $13 ਮਿਲੀਅਨ ਦੀ ਰਕਮ ਅਦਾ ਕੀਤੀ ਸੀ। ਇਹ 5 ਔਰਤਾਂ ਜਿਨ੍ਹਾਂ ਨੇ ਕਿ ਇਹ ਸੈਟਲਮੈਂਟ ਦੀ ਰਾਸ਼ੀ ਲਈ, ਉਹ ਜਾਂ ਤਾਂ ਓ'ਰਾਇਲੀ ਦੇ ਨਾਲ ਕੰਮ ਕਰਦੀਆਂ ਸਨ ਜਾਂ ਫਿਰ ਉਸ ਦੇ ਸ਼ੋਅ ਦੇ ਉੱਤੇ ਐਜ਼ ਏ ਗੈਸਟ ਆਈਆਂ ਸਨ। ਹਾਲਾਂਕਿ ਬਿਲ ਓ'ਰਾਇਲੀ ਨੇ ਕਿਹਾ ਹੈ ਕਿ ਉਹ ਇਸ ਪੂਰੇ ਮਾਮਲੇ ਦੇ ਵਿੱਚ ਨਿਰਦੋਸ਼ ਹਨ ਅਤੇ ਉਹ ਇਹਨਾਂ ਨੇ ਸੈਟਲਮੈਂਟ ਇਸ ਦੇ ਲਈ ਕੀਤੀ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਇਸ ਕੰਟਰੋਵਰਸੀ ਤੋਂ ਦੂਰ ਰੱਖਣਾ ਚਾਹੁੰਦੇ ਸਨ। ਓ'ਰਾਇਲੀ ਦੇ ਸ਼ੋਅ ਦ ਓ'ਰੀਲੀ ਫੈਕਟਰ ਫੌਕਸ ਦੇ ਉੱਤੇ ਟੌਪ ਰੇਟਡ ਸ਼ੋਅ ਸੀ ਅਤੇ ਉਸਦੀ TRP ਕਾਫੀ ਜ਼ਿਆਦਾ ਸੀ। 2016 ਦੇ ਵਿੱਚ ਉਸਨੇ ਐਡਵਰਟਾਈਜ਼ਮੈਂਟ ਤੋਂ ਘੱਟੋ ਘੱਟ $147 ਮਿਲੀਅਨ ਕਮਾਏ। ਪਰ ਨਿਊਯਾਰਕ ਟਾਈਮਜ਼ ਦੇ ਵਿੱਚ ਛਪੀ ਖਬਰ ਤੋਂ ਬਾਅਦ ਚ ਜਦੋਂ ਤੋਂ ਉਹਨਾਂ ਤੇ ਲਾਅਸੂਟ ਸੈਟਲ ਕਰਨ ਦੇ ਇਲਜ਼ਾਮ ਲੱਗੇ ਤਾਂ ਸ਼ੋਅ ਦੇ ਵੱਡੇ ਐਡਵਰਟਾਈਜ਼ਰ ਜਿਨ੍ਹਾਂ ਦੇ ਵਿੱਚ BMW, ਆਲਸਟੇਟ ਕਾਰਪੋਰੇਸ਼ਨ, ਫ੍ਰੈਂਚ ਫਾਰਮਾਸਿਊਟੀਕਲਜ਼, ਟੀ ਰੋਏ ਪ੍ਰਾਈਸ ਆਦਿਆਂ ਨੇ ਆਪਣੀ ਐਡਵਰਟਾਈਜ਼ਮੈਂਟ ਉਸ ਸ਼ੋਅ ਦੇ ਵਿੱਚੋਂ ਕੈਂਸਲ ਕਰ ਦਿੱਤੀ।
ਅਥਾਰਟੀਜ਼ ਨੇ US ਆਰਮੀ ਦੇ ਫੋਰਟ ਸਟੀਵਰਟ ਦੇ ਵਿੱਚ ਕਈ ਸੋਲਜਰਸ ਨੂੰ ਅਰੈਸਟ ਕੀਤਾ, ਜਿਨ੍ਹਾਂ ਦੇ ਉੱਤੇ ਕਿ ਡਰੱਗ ਮਾਮਲੇ ਦੇ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਲੱਗੇ ਹਨ ਅਤੇ ਉਹ ਦੋਸ਼ੀ ਉਸ ਦੇ ਵਿੱਚ ਪਾਏ ਗਏ। ਪੋਪੂਲਰ ਮਿਲਟਰੀ ਬੇਸ ਦੇ ਉੱਤੇ ਤੈਨਾਤ ਇਹਨਾਂ ਜਵਾਨਾਂ ਦੇ ਉੱਤੇ ਕੋਕੇਨ ਡਰੱਗ ਮਾਮਲੇ ਦੇ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲੱਗੇ। ਬੇਸ ਦੇ ਮੇਜਰ ਜਨਰਲ ਜੇਮਸ ਰੇਨੀ ਨੇ ਕਿਹਾ ਹੈ ਕਿ ਉਹ ਲੋਕਲ ਲਾਅ ਇਨਫੋਰਸਮੈਂਟ ਏਜੰਸੀਜ਼ ਦੇ ਨਾਲ ਮਿਲ ਕੇ ਇਸ ਪੂਰੇ ਪ੍ਰੋਸੈਸ ਦੇ ਵਿੱਚ ਕੰਮ ਕਰ ਰਹੇ ਹਨ ਅਤੇ ਜੋ ਵੀ ਸੋਲਜਰਸ ਇਸ ਦੇ ਵਿੱਚ ਪਾਏ ਜਾਣਗੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਏ ਜਾਣਗੇ। ਇੱਕ ਗੁਪਤ ਸੂਤਰ ਦੇ ਮੁਤਾਬਿਕ ਉਸ ਪੂਰੇ ਬੇਸ ਦੇ ਵਿੱਚ ਘੱਟੋ ਘੱਟ 64 ਜਵਾਨ ਇਸ ਪੂਰੇ ਡਰੱਗ ਰੈਕਟ ਦੇ ਵਿੱਚ ਸ਼ਾਮਿਲ ਸਨ। ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਕਿ ਇਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕਿੰਨਿਆਂ ਦੇ ਉੱਤੇ ਜਾਂਚ ਚੱਲ ਰਹੀ ਹੈ, ਪਰ ਆਈ ਜਾਣਕਾਰੀ ਦੇ ਮੁਤਾਬਿਕ 64 ਲੋਕ ਇਸ ਦੇ ਵਿੱਚ ਸ਼ਾਮਿਲ ਹਨ ਅਤੇ ਉਹਨਾਂ ਦਾ ਮੈਕਸੀਕੋ ਬੇਸਡ ਵੱਡੇ ਡਰੱਗ ਕਾਰਟੇਲ ਦੇ ਨਾਲ ਗੂੜੇ ਸਬੰਧ ਹਨ। ਜਿਨ੍ਹਾਂ ਸੋਲਜਰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, US ਡਰੱਗ ਇਨਫੋਰਸਮੈਂਟ ਏਜੰਸੀ ਯਾਨੀ ਕਿ DEA ਉਹਨਾਂ ਤੇ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਕੰਮ ਕਰ ਰਹੀ ਸੀ ਅਤੇ ਪੂਰੀ ਜਾਂਚ ਕਰ ਰਹੀ ਸੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਆਰਮੀ ਦੇ ਕ੍ਰਿਮੀਨਲ ਇਨਵੈਸਟੀਗੇਟਿਵ ਡਿਵੀਜ਼ਨ ਯਾਨੀ ਕਿ CID ਦੇ ਸਪੋਕਸਮੈਨ ਕ੍ਰਿਸ ਗ੍ਰੇ ਨੇ ਇਸ ਗੱਲ ਦੇ ਬਾਰੇ ਨਹੀਂ ਦੱਸਿਆ ਕਿ ਕੁੱਲ ਕਿੰਨੇ ਜਵਾਨਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਜਾਰਜੀਆ ਦੇ ਵਿੱਚ ਸਥਿਤ ਇਸ ਮਿਲਟਰੀ ਬੇਸ ਨੂੰ ਲਾਕਡਾਊਨ ਕਰ ਦਿੱਤਾ ਗਿਆ ਅਤੇ ਪੂਰੇ ਬੇਸ ਦੀ ਤਲਾਸ਼ੀ ਲਈ ਗਈ। ਉਸ ਬੇਸ ਦੇ ਉੱਤੇ 25,000 ਪੁਰਸ਼ ਅਤੇ ਮਹਿਲਾਵਾਂ ਰਹਿੰਦੀਆਂ ਹਨ। ਹੁਆਨ ਮੈਨੂਅਲ ਮੌਂਟੇਸ ਨਾਮ ਦੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਯੂਨਾਈਟਿਡ ਸਟੇਟਸ ਦੇ ਵਿੱਚ DHS ਨੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ, ਜਦਕਿ ਉਹ ਡ੍ਰੀਮਰ ਐਕਟ ਪਾਲਿਸੀ ਦੇ ਤਹਿਤ ਅਮਰੀਕਾ ਦੇ ਵਿੱਚ ਸੁਰੱਖਿਅਤ ਸਨ। ਹੁਆਨ ਮੈਨੂਅਲ ਹਾਲਾਂਕਿ ਅਮਰੀਕਾ ਦੇ ਵਿੱਚ ਅਨਡਾਕੂਮੈਂਟਡ ਇਮੀਗ੍ਰੈਂਟ ਦੇ ਤੌਰ ਦੇ ਉੱਤੇ ਰਹਿ ਰਹੇ ਸਨ, ਪਰ ਰਾਸ਼ਟਰਪਤੀ ਬਰਾਕ ਓਬਾਮਾ ਦੀ ਬਣਾਈ ਹੋਈ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਪਾਲਿਸੀ ਯਾਨੀ ਕਿ ਡਾਕਾ, ਜਿਸ ਨੂੰ ਕਿ ਡ੍ਰੀਮਰ ਐਕਟ ਵੀ ਕਿਹਾ ਜਾਂਦਾ ਹੈ, ਉਸ ਦੇ ਤਹਿਤ ਪ੍ਰੋਟੈਕਟਡ ਸਨ। 23 ਸਾਲ ਦੇ ਹੁਆਨ ਨੇ ਕਿਹਾ ਹੈ ਕਿ ਡ੍ਰੀਮਰ ਐਕਟ ਦੇ ਤਹਿਤ ਪ੍ਰੋਟੈਕਟਡ ਹੋਣ ਤੋਂ ਬਾਵਜੂਦ DHS ਨੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਅਤੇ ਉਹਨਾਂ ਨੇ ਹੁਣ ਮੈਕਸੀਕੋ ਦੇ ਵਿੱਚ ਇੱਕ ਇਮੀਗ੍ਰੈਂਟ ਲਾਇਰ ਦੇ ਨਾਲ ਮਦਦ ਲੈ ਕੇ DHS ਦੇ ਉੱਤੇ ਲਾਅਸੂਟ ਫਾਈਲ ਕੀਤਾ ਹੈ। ਹਾਲਾਂਕਿ DHS ਨੇ ਇਹੋ ਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ DHS ਨੇ ਉਹ ਕਿਸੇ ਵੀ ਵਿਅਕਤੀ ਨੂੰ ਡਿਪੋਰਟ ਨਹੀਂ ਕੀਤਾ ਜੋ ਕਿ ਡ੍ਰੀਮਰ ਐਕਟ ਦੇ ਤਹਿਤ ਸੁਰੱਖਿਅਤ ਹੈ। ਉਸਨੇ ਦੱਸਿਆ ਕਿ ਜਦੋਂ ਉਹ ਇੱਕ ਟੈਕਸੀ ਸਟੇਸ਼ਨ ਤੇ ਜਾ ਰਹੇ ਸਨ ਤਾਂ ਇੱਕ ਬਾਰਡਰ ਪੈਟਰੋਲ ਏਜੰਟ ਨੇ ਉਸ ਨੂੰ ਰੋਕਿਆ ਅਤੇ ਉਸ ਦੀ ਆਇਡੈਂਟੀਫਿਕੇਸ਼ਨ ਮੰਗੀ। ਹੁਆਨ ਨੇ ਦੱਸਿਆ ਕਿ ਉਹ ਆਪਣਾ ਵਾਲਟ ਆਪਣੇ ਦੋਸਤ ਦੀ ਕਾਰ ਦੇ ਵਿੱਚ ਭੁੱਲਿਆ ਆਇਆ ਸੀ ਤੇ ਉਸ ਸਮੇਂ ਉਸਦੇ ਕੋਲ ਕੋਈ ਵੀ ਆਇਡੈਂਟੀਫਿਕੇਸ਼ਨ ਸਾਬਿਤ ਕਰਨ ਦੇ ਲਈ ਡਾਕੂਮੈਂਟ ਮੌਜੂਦ ਨਹੀਂ ਸਨ। ਉਸ ਤੋਂ ਬਾਅਦ ਦੇ ਵਿੱਚ ਉਸ ਜਗ੍ਹਾ ਤੇ ਇੱਕ ਹੋਰ ਅਫਸਰ ਆਇਆ ਅਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੁਆਨ ਨੇ ਦੱਸਿਆ ਕਿ ਉਹਨਾਂ ਨੇ ਬਾਰਡਰ ਪੈਟਰੋਲ ਏਜੰਟਸ ਨੂੰ ਦੱਸਿਆ ਕਿ ਉਹ ਡ੍ਰੀਮਰ ਐਕਟ ਦੇ ਤਹਿਤ ਅਮਰੀਕਾ ਦੇ ਵਿੱਚ ਰਹਿ ਸਕਦਾ ਹੈ, ਪਰ ਅਧਿਕਾਰੀਆਂ ਨੇ ਉਸ ਦੀ ਗੱਲ ਨਾ ਸੁਣਦੇ ਹੋਏ ਉਸ ਨੂੰ ਡਿਪੋਰਟ ਕਰ ਦਿੱਤਾ। ਹਾਲਾਂਕਿ ਸ਼ੁਰੂ ਦੇ ਵਿੱਚ DHS ਨੇ ਇਸ ਮੁੱਦੇ ਦੇ ਉੱਤੇ ਇਹ ਵੀ ਕਿਹਾ ਕਿ ਉਸ ਦਾ ਡ੍ਰੀਮਰ ਐਕਟ 2015 ਦੇ ਵਿੱਚ ਐਕਸਪਾਇਰ ਹੋ ਗਿਆ ਸੀ ਅਤੇ ਇਸ ਦੇ ਲਈ ਉਸ ਨੂੰ ਡਿਪੋਰਟ ਕੀਤਾ ਗਿਆ, ਪਰ ਜਦੋਂ ਜਾਂਚ ਇਸ ਦੇ ਵਿੱਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਸ ਦਾ ਡ੍ਰੀਮਰ ਐਕਟ ਦਾ ਪਰਮਿਟ 2018 ਤੱਕ ਐਕਸਪਾਇਰ ਹੋਣਾ ਸੀ। ਉਸ ਤੋਂ ਬਾਅਦ ਦੇ ਵਿੱਚ DHS ਦੇ ਅਧਿਕਾਰੀਆਂ ਨੇ ਕਿਹਾ ਕਿ ਉਸਨੇ ਬਿਨਾਂ ਪਰਮਿਸ਼ਨ ਤੋਂ US ਤੋਂ ਮੈਕਸੀਕੋ ਗਿਆ ਸੀ। ਹਾਲਾਂਕਿ ਹੁਆਨ ਨੇ ਇਸ ਮੁੱਦੇ ਤੇ ਇਹ ਕਿਹਾ ਹੈ ਕਿ ਉਹ ਬਿਨਾਂ ਦੱਸੇ ਕਿਤੇ ਵੀ ਦੇਸ਼ ਛੱਡ ਕੇ ਨਹੀਂ ਗਿਆ। ਇਸ ਮੁੱਦੇ ਦੇ ਉੱਤੇ ਸ਼ੌਨ ਸਪਾਈਸਰ ਤੋਂ ਵੀ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਇਸ ਵਕਤ ਸਿਰਫ ਉਹਨਾਂ ਇਮੀਗ੍ਰੈਂਟਸ ਦੇ ਉੱਤੇ ਨਜ਼ਰ ਰੱਖ ਰਹੀ ਹੈ ਜੋ ਕਿ ਕ੍ਰਿਮੀਨਲ ਗਤੀਵਿਧੀਆਂ ਦੇ ਵਿੱਚ ਇਨਵੋਲਵ ਸਨ। ਇਸ ਦੇ ਬਾਰੇ ਪੂਰੀ ਤਰ੍ਹਾਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪਤਾ ਚੱਲੇਗਾ, ਕਿਉਂਕਿ ਮਾਮਲਾ ਹੁਣ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ। ਵੈਨਜ਼ੂਏਲਾ ਦੇ ਵਿੱਚ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਡੂਰੋ ਦਾ ਵਿਰੋਧ ਕਰ ਰਹੇ ਕਈ ਹਜ਼ਾਰ ਲੋਕ ਜੋ ਕਿ ਸੜਕ ਤੇ ਨਿਕਲੇ ਸਨ ਅਤੇ ਉਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਤਾਂ ਸਿਕਿਉਰਿਟੀ ਫੋਰਸਿਸ ਦੇ ਨਾਲ ਹੋ ਰਹੀ ਹੱਥਾਪਾਈ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਇਸ ਪੂਰੇ ਵਿਰੋਧ ਪ੍ਰਦਰਸ਼ਨ ਦੇ ਵਿੱਚ 10,000 ਤੋਂ ਵੀ ਜ਼ਿਆਦਾ ਲੋਕ ਮਾਰਚ ਪਾਸਟ ਕਰਕੇ ਉੱਥੋਂ ਦੇ ਸ਼ਹਿਰ ਕਰਕਸ ਦੇ ਡਾਊਨਟਾਊਨ ਦੇ ਵੱਲ ਨੂੰ ਵਧ ਰਹੇ ਸਨ। ਹਾਲਾਂਕਿ ਉੱਥੇ ਮੌਜੂਦ ਸੁਰੱਖਿਆ ਕਰਮੀਆਂ ਨੇ ਹੰਝੂ ਗੈਸ ਦੇ ਗੋਲੇ ਛੱਡੇ ਨਾਲ ਰਬਰ ਬੁਲੇਟ ਬੰਬ ਚਲਾਏ, ਜਿਸ ਤੋਂ ਬਾਅਦ ਦੇ ਵਿੱਚ ਭੀੜ ਤਿੱਤਰ ਬਿੱਤਰ ਹੋ ਗਈ। ਹਾਲਾਂਕਿ ਇਸ ਪੂਰੀ ਭਗਦੜ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਵੈਨਜ਼ੂਏਲਾ ਦੇ ਵਿੱਚ ਉੱਥੋਂ ਦੇ ਰਾਸ਼ਟਰਪਤੀ ਦਾ ਕਾਫੀ ਵਿਰੋਧ ਹੋ ਰਿਹਾ ਤੇ ਉਸਦੇ ਵਿਰੋਧ ਦੇ ਖਿਲਾਫ ਹੀ ਇੰਨੀ ਭੀੜ ਮਾਰਚ ਕਰਕੇ ਡਾਊਨਟਾਊਨ ਦੇ ਵੱਲ ਨੂੰ ਵਧ ਰਹੀ ਸੀ। ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਦਾ ਵਧ ਰਹੀ ਮਹਿੰਗਾਈ ਅਤੇ ਲਗਾਤਾਰ ਆ ਰਹੀ ਖਾਣੇ ਦੀ ਕਮੀ ਕਾਰਨ ਕਾਫੀ ਵਿਰੋਧ ਹੋ ਰਿਹਾ ਹੈ ਅਤੇ ਤਾਨਾਸ਼ਾਹੀ ਸਿਸਟਮ ਖਤਮ ਕਰਕੇ ਉੱਥੇ ਡੈਮੋਕ੍ਰੇਸੀ ਲਿਆਉਣ ਦੀ ਲਗਾਤਾਰ ਮੰਗ ਉੱਠ ਰਹੀ ਹੈ। ਇਸ ਪੂਰੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਨਿਕੋਲਸ ਦੇ ਵਿਰੋਧੀ ਪੂਰੀ ਤਿਆਰੀ ਕਰ ਰਹੇ ਹਨ ਕਿ ਉਹਨਾਂ ਨੂੰ ਗੱਦੀ ਤੋਂ ਲਾ ਦਿੱਤਾ ਜਾਵੇ ਤੇ ਉੱਥੇ ਇਲੈਕਸ਼ਨਸ ਕਰਵਾਏ ਜਾਣ।
ਸੈਨ ਹੋਜ਼ੇ ਸਿਟੀ ਦੇ ਵਿੱਚ ਪਾਸ ਹੋਏ ਬਿੱਲ, ਜਿਸ ਦੇ ਵਿੱਚ ਕਿਰਾਏਦਾਰਾਂ ਦੇ ਅਧਿਕਾਰਾਂ ਨੂੰ ਹੋਰ ਸੁਰੱਖਿਅਤ ਕੀਤਾ ਗਿਆ ਅਤੇ ਨਵੇਂ ਪਾਸ ਹੋਏ ਇਸ ਬਿੱਲ ਦੇ ਤਹਿਤ ਕਿਰਾਏਦਾਰਾਂ ਨੂੰ ਲੈਂਡਲੋਰਡ ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦੇ ਤੇ ਉਸ ਦੇ ਲਈ ਕੋਈ ਪੁਖਤਾ ਰੀਜ਼ਨ ਦੇਣਾ ਹੋਵੇਗਾ। ਇਸ ਮਾਮਲੇ ਦੇ ਉੱਤੇ ਮਿਲੀ ਜਿੱਤ ਤੋਂ ਬਾਅਦ ਕਿਰਾਏਦਾਰਾਂ ਦੀ ਕਮਿਊਨਿਟੀ ਦੇ ਮੈਂਬਰ ਨੇ ਕਿਹਾ ਹੈ ਕਿ ਉਹ ਇਸ ਅਕੰਪਲਿਸ਼ਮੈਂਟ ਤੋਂ ਕਾਫੀ ਖੁਸ਼ ਹਨ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਸਾਲਾਂ ਤੋਂ ਚੱਲੀ ਆ ਰਹੀ ਇਸ ਜਦੋਜਹਿਦ ਦੇ ਵਿੱਚ ਅੱਜ ਉਹਨਾਂ ਨੂੰ ਜਿੱਤ ਮਿਲੀ। ਉਹਨਾਂ ਨੇ ਕਿਹਾ ਕਿ ਕਿਰਾਏਦਾਰਾਂ ਨੂੰ ਹੁਣ ਕਿਸੇ ਵੀ ਡਰ ਅਤੇ ਭੈ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਲੈਂਡਲੋਰਡਸ ਨੇ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਇਹ ਪਾਲਿਸੀਜ਼ ਹਾਊਸਿੰਗ ਡਿਵੈਲਪਮੈਂਟ ਨੂੰ ਹਰਟ ਕਰਨਗੀਆਂ ਅਤੇ ਰੋਕਣਗੀਆਂ ਅਤੇ ਇਹਨਾਂ ਪਾਲਿਸੀ ਦੇ ਤਹਿਤ ਬਿਲਡਿੰਗ ਦੇ ਵਿੱਚੋਂ ਕਿਰਾਏਦਾਰਾਂ ਨੂੰ ਹਟਾਉਣਾ ਕਾਫੀ ਮੁਸ਼ਕਲ ਭਰਿਆ ਕੰਮ ਹੋਵੇਗਾ। ਸੈਨ ਹੋਜ਼ੇ ਦੇ ਵਿੱਚ ਕਾਰਲੋਸ ਪਾਡੀਲਾ ਨੇ ਕਿਹਾ ਹੈ ਕਿ ਉਹ ਇਸ ਬਿੱਲ ਤੋਂ ਕਾਫੀ ਦੁਖੀ ਹਨ ਕਿਉਂਕਿ ਉਹ ਸੈਨ ਹੋਜ਼ੇ ਦੇ ਵਿੱਚ 12 ਯੂਨਿਟਸ ਓਨ ਕਰਦੇ ਹਨ। ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪ੍ਰੋਪਰਟੀ ਓਨਰਸ ਹਨ ਉਹਨਾਂ ਦੇ ਲਈ ਕਾਫੀ ਦੁੱਖ ਭਰੀ ਖਬਰ ਹੈ ਕਿਉਂਕਿ ਹੁਣ ਉਹ ਕਿਰਾਏਦਾਰ ਆਪਣੀ ਮਰਜ਼ੀ ਦੇ ਨਾਲ ਘਰ ਖਾਲੀ ਜਾਂ ਫਿਰ ਬਿਲਡਿੰਗ ਖਾਲੀ ਨਹੀਂ ਕਰਦੇ ਅਤੇ ਉਹਨਾਂ ਨੂੰ ਹਟਾਉਣਾ ਕਾਫੀ ਔਖਾ ਹੋਵੇਗਾ ਅਤੇ ਜੇਕਰ ਕਿਸੇ ਨੇ ਕੋਈ ਵੀ ਉੱਥੇ ਡਿਵੈਲਪਮੈਂਟ ਕਰਵਾਉਣੀ ਹੈ ਤਾਂ ਇਸ ਦੇ ਵਿੱਚ ਕਾਫੀ ਅੜਚਨ ਆਵੇਗੀ। ਸਿਟੀ ਕਾਉਂਸਲ ਦੇ ਵਿੱਚ 5 ਦੇ ਮੁਕਾਬਲੇ 6 ਵੋਟਾਂ ਦੇ ਨਾਲ ਟੈਨੈਂਟਸ ਦੇ ਹੱਕ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ। ਪਾਸ ਹੋਈ ਇਸ ਪਾਲਿਸੀ ਦੇ ਤਹਿਤ ਕਿਰਾਏਦਾਰਾਂ ਨੂੰ ਲੈਂਡਲੋਰਡਸ ਉਦੋਂ ਹੀ ਕੱਢ ਸਕਦੇ ਹਨ ਜਦੋਂ ਉਹਨਾਂ ਨੇ ਰੈਂਟ ਦੀ ਪੇਮੈਂਟ ਨਾ ਦਿੱਤੀ ਹੋਵੇ, ਕਿਸੇ ਵੀ ਤਰ੍ਹਾਂ ਦੀ ਲੀਜ਼ ਦੀ ਕੋਈ ਵਾਇਲੇਸ਼ਨ ਕੀਤੀ ਹੋਵੇ ਜਾਂ ਉਹਨਾਂ ਦਾ ਬਿਹੇਵੀਅਰ ਵਧੀਆ ਨਾ ਹੋਵੇ ਜਾਂ ਫਿਰ ਉਹਨਾਂ ਨੇ ਅਪਾਰਟਮੈਂਟ ਨੂੰ ਕੋਈ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੋਵੇ। ਪਰ ਪ੍ਰਾਪਰਟੀ ਓਨਰਸ ਦਾ ਕਹਿਣਾ ਹੈ ਕਿ ਜੋ ਪਾਲਿਸੀਜ਼ ਬਣਾਈਆਂ ਗਈਆਂ ਹਨ ਉਹਨਾਂ ਦੇ ਤਹਿਤ ਇਹਨਾਂ ਨੂੰ ਪ੍ਰੂਵ ਕਰਨਾ ਕਾਫੀ ਮੁਸ਼ਕਿਲ ਭਰਿਆ ਹੋਵੇਗਾ। ਸੈਨ ਹੋਜ਼ੇ ਆਫੀਸ਼ੀਅਲ ਦਾ ਕਹਿਣਾ ਹੈ ਕਿ ਉਹਨਾਂ ਨੂੰ 2010 ਤੋਂ ਬਾਅਦ ਦੇ ਵਿੱਚ ਲਗਾਤਾਰ ਤਕਰੀਬਨ 2400 ਇਹੋ ਜਿਹੀਆਂ ਕੰਪਲੇਂਟਸ ਮਿਲੀਆਂ ਸਨ ਜਿੱਥੇ ਕਿ ਬਿਨਾਂ ਕਿਸੇ ਕਾਰਨ ਤੋਂ ਕਿਰਾਏਦਾਰਾਂ ਨੂੰ ਕੱਢ ਦਿੱਤਾ ਗਿਆ ਸੀ। ਇਸ ਦੇ ਵਿੱਚ ਉਹਨਾਂ ਨੇ ਉਦਾਹਰਨ ਦਿੰਦੇ ਹੋਏ ਕਿਹਾ ਕਿ 92 ਸਾਲਾਂ ਦੇ ਪੌਲ ਮੇਅਰ ਨੂੰ ਲੈਂਡਲੋਰਡ ਨੇ ਇਸ ਲਈ ਕੱਢ ਦਿੱਤਾ ਸੀ ਜੋ ਕਿ 44 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਕਿਉਂਕਿ ਉਹ ਕਿਰਾਇਆ ਵਧਾਉਣਾ ਚਾਹੁੰਦਾ ਸੀ। NFL ਦੇ ਸਾਬਕਾ ਖਿਡਾਰੀ ਐਰੋਨ ਹਰਨਾਂਡੇਜ਼ ਜੋ ਕਿ ਨਿਊ ਇੰਗਲੈਂਡ ਪੈਟਰੀਅਟਸ ਦੇ ਸਾਬਕਾ ਖਿਡਾਰੀ ਸਨ, ਉਸਨੇ ਜੇਲ੍ਹ ਦੇ ਵਿੱਚ ਆਪਣੇ ਆਪ ਨੂੰ ਫੰਦਾ ਲਾ ਕੇ ਆਪਣੀ ਜਾਨ ਦੇ ਦਿੱਤੀ। ਉਹ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਇਸ ਤੋਂ ਬਾਅਦ ਦੇ ਵਿੱਚ ਐਰੋਨ ਹਰਨਾਂਡੇਜ਼ ਦੇ ਪਰਿਵਾਰ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਕੀਤੀ ਹੈ। ਅਥਾਰਟੀਜ਼ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ 27 ਸਾਲਾ ਇਸ ਐਥਲੀਟ ਦੀ ਬੋਡੀ ਬੈੱਡਸ਼ੀਟ ਦੇ ਨਾਲ ਲਟਕੀ ਪਾਈ ਗਈ। ਉਹ 2013 ਤੋਂ ਹੋਏ ਇੱਕ ਮਰਡਰ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਸ ਮਰਡਰ ਕੇਸ ਦੇ ਵਿੱਚ ਉਹ ਬਿਲਕੁਲ ਨਿਰਦੋਸ਼ ਸੀ ਤੇ ਉਹ ਦੂਸਰਾ ਚਾਂਸ ਲੱਭ ਰਿਹਾ ਸੀ ਕਿ ਉਹ ਆਪਣੇ ਆਪ ਨੂੰ ਇਨੋਸੈਂਟ ਪ੍ਰੂਵ ਕਰ ਸਕੇ। ਜੇਲ੍ਹ ਦੇ ਸਪੋਕਸਮੈਨ ਬੋਸਟਨ ਗਲੋਬ ਦਾ ਕਹਿਣਾ ਹੈ ਕਿ ਉਸ ਦੀਆਂ ਹਰਕਤਾਂ ਤੋਂ ਕਦੇ ਵੀ ਅਜਿਹਾ ਨਹੀਂ ਲੱਗਿਆ ਕਿ ਉਹ ਸੁਸਾਈਡ ਅਟੈਂਪਟ ਕਰ ਸਕਦਾ, ਇਸ ਦੇ ਲਈ ਉਸ ਨੂੰ ਸੁਸਾਈਡ ਵਾਚ ਦੇ ਉੱਤੇ ਨਹੀਂ ਰੱਖਿਆ ਗਿਆ ਸੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਕੀਤੀ ਜਾਏਗੀ ਕਿ ਇਹ ਸੁਸਾਈਡ ਦਾ ਮਾਮਲਾ ਹੈ ਜਾਂ ਫਿਰ ਇਸ ਦੇ ਵਿੱਚ ਕੋਈ ਹੋਰ ਕਾਰਨ ਹਨ। ਆਰਨ ਦੇ ਸਾਬਕਾ ਏਜੰਟ ਬ੍ਰਾਇਨ ਮਰਫੀ ਨੇ ਕਿਹਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਆਰਨ ਹਰਨਾਂਡੇਜ਼ ਇਸ ਤਰ੍ਹਾਂ ਦਾ ਵਿਅਕਤੀ ਹੈ ਕਿ ਉਹ ਆਪਣੀ ਜਾਨ ਖੁਦ ਲੈ ਲਵੇ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 69 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 50 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸਟਾਕਟਨ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਟ੍ਰੇਸੀ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਮੋਡੈਸਟੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਟਰਕੀ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸੀਐਟਲ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ ਰਹੇਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਨਿਊਯਾਰਕ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਕੈਲਗਰੀ ਕੈਨੇਡਾ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 43 ਡਿਗਰੀ ਹਾਈ ਅਤੇ ਰਾਤ ਨੂੰ 26 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 19 ਡਿਗਰੀ
ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 118 ਅੰਕਾਂ ਦੀ ਗਿਰਾਵਟ ਦੇ ਨਾਲ 20,404.49 ਤੇ ਬੰਦ ਹੋਇਆ। ਨੈਸਡੈਕ 13 ਅੰਕ ਵੱਧ ਕੇ 5863.03 ਤੇ ਬੰਦ ਹੋਇਆ। S&P 4 ਅੰਕਾਂ ਦੀ ਗਿਰਾਵਟ ਦੇ ਨਾਲ 2338.17 ਤੇ ਬੰਦ ਹੋਇਆ। ਵਿਲਸ਼ਰ 5000 24 ਅੰਕਾਂ ਦੀ ਗਿਰਾਵਟ ਦੇ ਨਾਲ 24,397.24 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ IBM ਦਾ ਰਿਹਾ, ਜਿਸ ਦੀ ਕੀਮਤ 161.64 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 64 ਰੁਪਏ 66 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 47 ਰੁਪਏ 95 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 82 ਰੁਪਏ 62 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 69 ਰੁਪਏ 29 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 50 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45 ਰੁਪਏ 51 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 46 ਰੁਪਏ 23 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 171 ਰੁਪਏ 49 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 212 ਰੁਪਏ 21 ਪੈਸੇ। ਸੋਨੇ ਦਾ ਰੇਟ $1278 65 ਸੈਂਟ ਪਰ ਆਉਂਸ ਰਿਹਾ ਤੇ ਚਾਂਦੀ $18 17 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਐਡਰੈਸ info@punjabiradio.usa